ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਇਹ ਇੱਕ ਐਸਾ ਨਿਰਾਲਾ ਜਿਹਾ ਇੱਕ ਮੈਂ ਕਹਾਂਗਾ ਗੁਰੂ ਦਾ ਆਓ ਰਲ ਮਿਲ ਕੇ ਗੁਰੂ ਮਹਾਰਾਜ ਦੀ ਉਹ ਗਾਇਨ ਕਰੀਏ ਤੇ ਇੱਕ ਅਦਭੁਤ ਨਜ਼ਾਰਾ ਦੇਖਣ ਦਾ ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਇਹ ਚਾਨਣ ਮਿਲਿਆ, ਜਿਹਦੇ ਨਾਲ ਇਹ ਅਸੀਂ ਇੱਕ ਗਰੁੱਪ ਬਣ ਕੇ ਉਹਨੂੰ ਅਸੀਂ ਗੁਰੂ ਦੇ ਉਸ ਆਦੇਸ਼ ਨੂੰ ਸਮਝਣ ਦੀ ਯਤਨਸ਼ੀਲ ਹੋ ਰਹੇ ਹਾਂ। ਵੱਡੇ ਭਾਗ ਹੁੰਦੇ ਹਨ ਜਿਸ ਵੇਲੇ ਸਾਧ ਸੰਗਤ ਹੁੰਦੀ ਹੈ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੇ ਵਿੱਚ ਮੈਂ ਸੁਣ ਰਿਹਾ ਸੀ ਬਈ ਕਹਿੰਦੇ ਮੂਰਖੇ ਨਾਰ ਨਾਲ ਲੁਜੀਏ, ਤੇ ਜਿੱਥੇ ਸਾਰੇ ਹੰਸ ਰੂਪੀ ਸੰਗਤ ਦੇ ਵਿੱਚ ਬੈਠੇ ਹੋਈਏ ਉਹ ਤੇ ਵਾਕਈ ਇੱਕ ਦੂਜੇ ਤੋਂ ਲੈ ਕੇ ਨਾਲੋਂ ਨਾਲ ਮਿਲ ਕੇ ਗਿਆਨ ਰੂਪੀ ਸਾਗਰ ਦੇ ਵਿੱਚ ਡੁਬਕੀਆਂ ਮਾਰਨ ਦੀ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਕੇ ਉਸ ਗੁਰੂ ਮਹਾਰਾਜ ਦੀ ਸਾਗਰ ਦੀ ਗਹਿਰਾਈ ਦੇ ਵਿੱਚੋਂ ਕੁਛ ਨਾ ਕੁਛ ਚੁੰਝ ਮਾਰਨ ਦੀ ਯਤਨਸ਼ੀਲ ਹੋ ਰਹੇ ਹਾਂ। ਇਹਦੇ ਵਿੱਚ ਮੇਰੇ ਵੀਰ ਗੁਰਮੀਤ ਜੀ ਜੋ ਜਿਸ ਤਰੀਕੇ ਨਾਲ ਲੜੀ ਵੰਗਨ ਜਪਜੀਤ ਸਾਹਿਬ ਦੀ ਉਸ ਗਿਆਨ ਰੂਪੀ ਸਾਗਰ ਦੇ ਵਿੱਚੋਂ ਸਾਨੂੰ ਬੜੇ ਹੀ ਨਿਰਮਲ ਔਰ ਸਹਿਜ ਦੇ ਤਰੀਕੇ ਦੇ ਨਾਲ ਇੱਕ ਸ਼ਬਦ ਦੇ ਨਾਲ ਦੂਜੇ ਸ਼ਬਦ ਨੂੰ ਕਨੈਕਟ ਕਰਕੇ ਸਾਨੂੰ ਸਮਝਾ ਰਹੇ ਹਨ। ਅੱਜ ਦੀਆਂ ਪੌੜੀਆਂ ਜਿਹੜੀਆਂ ਹਨ ਵਾਕਈ ਹੀ ਉਸ ਗੁਰੂ, ਉਸ ਪਰਮਾਤਮਾ, ਉਸ એનર્ਜੀ, ਉਸ ਕਾਸਮਿਕ ਪਾਵਰ ਦਾ ਜਿਹੜਾ ਕਿ ਮਤਲਬ ਪੈਰਾਮੀਟਰਸ ਜਿਹੜਾ ਹੈਗਾ ਜਿਹਨੂੰ ਕਹਿੰਦੇ ਹਨ ਨਾ ਕਿ ਬਈ ਉਹਦਾ ਵਿਸਤਾਰਾ, ਉਹਦਾ ਅੰਤ, ਉਹ ਸਾਰਾ ਇਤਨਾ ਬੇਅੰਤ ਹੈ ਕਿ ਜਿਹਨੂੰ ਅੱਖਰਾਂ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਬਈ ਕਿੰਨਾ ਕੁ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇ ਵੱਡ ਚੀਰਾ ਰਾਓ। ਉਹਦਾ ਚੀਰਾ ਉਹਦੀ ਇੱਕ ਅਗਰ ਕੁਛ ਆਪਣੀ ਬੁੱਧੀ ਨਾਲ ਕੁਛ ਪੈਰਾਮੀਟਰ ਨੂੰ ਸਮਝ ਵੀ ਪਈਏ ਤੇ ਉੱਥੇ ਤੱਕ ਵੀ ਅਗਰ ਸਮਝ ਆ ਜਾਏ ਤੇ ਉਸ ਅਪਾਰ ਨੂੰ ਵੀ ਅਸੀਂ ਪੈਰਾਮੀਟਰਸ ਜਾਂ ਮੇਜਰਮੈਂਟ ਦੇ ਵਿੱਚ ਨਹੀਂ ਲਿਆ ਸਕਦੇ। ਆਓ ਮੇਰੇ ਵੀਰ ਜੀ, ਆਓ ਅੱਜ ਅਸੀਂ 24, 25 ਔਰ 26 ਪੌੜੀ ਨੂੰ ਅਧਿਐਨ ਕਰਕੇ ਅੱਗੇ ਵਧੀਏ। ਜੀ ਆਇਆਂ ਨੂੰ ਵੀਰ ਗੁਰਮੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣ ਸ਼ੁਰੂ ਕਰਨੇ ਆ 24 ਪੌੜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਨਾਲ ਇੰਗਲਿਸ਼ ਵਿੱਚ ਇਹ ਲਫ਼ਜ਼ ਲਿਖਿਆ ਹੈ ਮਨਜੀਤ ਜੀ ਨੇ, ਪੌੜੀ। ਹੁਣ ਇਹਨੂੰ ਮਿਸਪ੍ਰੋਨਾਉਂਸ ਨਹੀਂ ਕੀਤਾ ਜਾ ਸਕਦਾ। ਜਿਹੜੇ ਸਿੰਬਲਸ ਇਨ ਗ੍ਰੇ ਆਰ ਫॉर ਗੁਰਬਾਣੀ ਗ੍ਰਾਮਰ ਕੰਪਲਾਇੰਸ ਓਨਲੀ ਐਂਡ ਆਰ ਨੋਟ ਟੂ ਬੀ ਪ੍ਰੋਨਾਉਂਸਡ। ਤੇ ਅੱਗੇ ਚੱਲ ਕੇ ਜਿੱਥੇ ਤੁਹਾਨੂੰ ਗ੍ਰੇ ਸਿੰਬਲਸ ਦਿਸਣਗੇ ਉਹ ਖਾਲੀ ਗ੍ਰਾਮਰ ਕੰਪਲਾਇੰਸ ਵਾਸਤੇ ਨੇ, ਉਹਨਾਂ ਨੂੰ ਬੋਲਣਾ ਨਹੀਂ ਹੈਗਾ। And of course this is intellectual property of Manjeet Singh ji. It is not to be reproduced for the time being. 24th ਪੌੜੀ ਜਿਹੜੀ ਹੈਗੀ ਹੈ ਉਹ totally about how infinite is Akal Purakh and his creation। ਤੇ ਜਿਹੜਾ ਮੈਸੇਜ ਲਿੰਕ ਹੈਗਾ infinity ਤੇ humility, ਇਹ ਦੋਨੋਂ ਮੈਸੇਜਿਸ ਜਿਹੜੇ ਨੇ ਆਪਸ ਵਿੱਚ ਜੁੜੇ ਨੇ। ਜਿੰਨਾ ਅਸੀਂ ਵਾਹਿਗੁਰੂ ਦੀ ਇਨਫਾਈਨਾਈਟਨੈਸ ਨੂੰ ਜਾਣਦੇ ਹਾਂ, ਐਕਸਪੀਰੀਅੰਸ ਕਰਨੇ ਹਾਂ, ਓਨਾ ਹੀ ਅਸੀਂ ਹੰਬਲ ਹੋ ਜਾਂਦੇ ਹਾਂ। ਤੇ ਇਹ ਮੇਨ ਆਬਜੈਕਟਿਵ ਹੈਗਾ ਇਸ ਪੌੜੀ ਦਾ। ਅੰਤ ਨਾ ਸਿਫਤੀ ਕਹਿਣ ਨ ਅੰਤ, ਅੰਤ ਨਾ ਕਰਨੇ ਦੇਣ ਨ ਅੰਤ, ਅੰਤ ਨਾ ਵੇਖਣ ਸੁਣਨ ਨ ਅੰਤ, ਅੰਤ ਨਾ ਜਾਪੇ ਕੀਆ ਮਨ ਮੰਤ। ਇੱਥੇ ਵਾਹਿਗੁਰੂ ਦੀ ਸਿਫਤਾਂ, ਵਰਚੂਜ਼ ਬਾਰੇ ਕਿਹਾ ਜਾ ਰਿਹਾ ਹੈ that his virtues are endless, his qualities are endless, and even if we try to describe them, अगर असी उच्चारण की कोशिश भी करिए, कहन की कोशिश भी करिए,
ਤੇ ਉਹ ਇੰਨੇ ਬੇਅੰਤ ਕੁਆਲਿਟੀਜ਼ ਨੇ ਕਿ ਅਸੀਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ। ਅੰਤ ਨਾ ਕਰਨੇ ਦੇਣ ਨਾ ਅੰਤ। Karne here is all his actions, his benevolent deeds, and Dain is all his blessings. Not all deeds we will read as blessings, although all deeds are actually blessings, but we normally read only what he has given to us, Dain, as blessings. So I think कह रहे हैं कि endless are his actions, his deeds, and endless are the blessings that he has showered upon us. Ant na vekhan, sunan na ant. The end, which is the beginning, the starting point, and the ending point, or the end shore, it cannot be known by seeing, nor can it be known by listening. ना ਅਸੀਂ ਸੁਣ ਸਕਦੇ ਹਾਂ ਉਹਦਾ ਕੀ ਅੰਤ ਹੈ ਤੇ ਨਾ ਅਸੀਂ ਵੇਖ ਸਕਦੇ ਹਾਂ ਉਹਦਾ ਕੀ ਅੰਤ ਹੈ ਤੇ ਨਾ ਅਸੀਂ ਕੰਪਰੀਹੈਂਡ ਕਰ ਸਕਦੇ ਹਾਂ ਸੁਣਨ ਜਾਂ ਵੇਖਣ ਦੇ ਨਾਲ। ਅੰਤ ਨਾ ਜਾਪੇ किया मन मंत। इत्थे गल हो रही है कि अकाल पुरख दे अपने मन दे अंदर, इन हिज कॉन्शियसनेस, व्हाट इज इन हिज माइंड। ते जापे का मतलब है फॉर अस एज ह्यूमन बीइंग्स टू पॉन्डर ओवर समथिंग, टू फोकस ऑन समथिंग, टू टेक अ डीप डाइव into something। जिस तरह एक एम्पलॉई है कंपनी का, वो सोचता है भी आज बॉस का मूड ठीक है, मैं अपनी इंक्रीमेंट की गल कर ला या ना करा। वो सारा टाइम ऐ सोचता है प्रेजेंटेशन देने दे टाइम, मार्केटिंग वाला बंदा, कि भी यह सामने बंदा जेड़ा है ये माइंड विच की चल रहा है, पॉजिटिव है मेरे प्रेजेंटेशन दे नाल या नेगेटिव है। असी सारा टाइम अंदाजा लगा रहे हो। So here Guru Nanak Dev Ji is saying that there is no way, it is so endless, so vast, that no matter how much we try to ponder over it, even if we do what is called deep dive, कि भी तुसी बहुत डूंगी छाल मार लो उसके अंदर, even then you cannot know what is the makeup of the mind of the conscious being. There is no way that we can know what is happening in the mind of the conscious being. Ant na jape kiya man mant। Ant na jape kita आकार, अंत न जापे पारावार। अंत कहन केते बिल लाहे, ताके अंत न पाए जाए। Again, Guru Nanak Dev Ji is talking about the creation of Vaheguru. He is saying, आकार जेड़ा physical form, what we can actually experience as matter, because creation is more than form. He's saying his forms are endless and there is no way that we can ponder over or we can understand the form that is created by the Akal Purakh. Kita is the act of doing, Akar is the act of doing or creating a form. We cannot comprehend how he has created the form, because it is so endless। इनफाइनाइटनेस दे बहुत सारे एस्पेक्ट्स जपजी साहब विच आंदे ने,
ਉਹਦੇ ਚ ਅਮੁੱਲ ਵੀ ਆਏਗਾ which is more to do with value, ਜਿਹਦਾ ਮੋਲ ਨਾ ਲਗਾ ਸਕੀਏ। ਉਹਦੇ ਚ ਅਸੰਖ ਵੀ ਆਏਗਾ ਜਿਹਦੀ ਸੰਖਿਆ ਗਿਣਤੀ ਨਾ ਕੀਤੀ ਜਾ ਸਕੇ। ਬਟ ਇੱਥੇ ਇਸ ਪੌੜੀ ਵਿੱਚ ਐਂਡ ਦੀ ਗੱਲ ਕੀਤੀ ਗਈ ਹੈ। ਐਂਡ ਦਾ ਮਤਲਬ ਹੁੰਦਾ ਹੈ ਕਿ ਵੀ ਕਿਸੇ ਚੀਜ਼ ਦੀ ਬਿਗਨਿੰਗ ਹੋਏਗੀ ਤਾਂ ਹੀ ਉਹਦਾ ਐਂਡ ਹੋਏਗਾ। ਜਾਂ ਗੱਲ ਕੀਤੀ ਜਾ ਸਕਦੀ ਹੈ ਵੀ ਕਿਸੇ ਚੀਜ਼ ਦੀ ਅਗਰ ਫਿਜ਼ੀਕਲ ਲਿਮਿਟਸ ਹੋਣਗੀ ਫਿਰ ਉਹਦਾ ਐਂਡ ਹੋਏਗਾ। ਅਗਰ ਕਿਸੇ ਚੀਜ਼ ਦੀ ਫਿਜ਼ੀਕਲ ਲਿਮਿਟ ਨਾ ਹੋਏ ਤੇ ਅਸੀਂ ਉਹਨੂੰ ਲਿਮਿਟਲੈਸ ਆਖ ਸਕਦੇ ਹਾਂ, ਐਂਡਲੈਸ ਆਖ ਸਕਦੇ ਹਾਂ। ਤੇ ਇੱਥੇ ਵਰਡ ਗੁਰੂ ਨਾਨਕ ਦੇਵ ਜੀ ਨੇ ਅੰਤ ਯੂਜ਼ ਕੀਤਾ ਹੈ ਕਿ ਵੀ ਉਹਦਾ ਕੋਈ ਅੰਤ ਨਹੀਂ ਹੈਗਾ, ਕਿ ਵੀ ਕਿੰਨਾ ਅਸੀਂ ਉਹਨੂੰ ਜਿੰਨਾ ਮਰਜ਼ੀ ਅਸੀਂ ਉਹਨੂੰ ਪੌਂਡਰ ਕਰੀਏ, there is no way of knowing। ਪਾਰਾਵਾਰ ਦਾ ਮਤਲਬ ਹੈਗਾ extent, physical extent, from the starting to the end, that is the meaning of paravar। So ant na jape paravar, there is no way we can comprehend and know the limits of God's endless creation। ant kehen kete billahe, billahe is somebody who is very anxiously trying to do something, who is very very passionately trying to sorry, I have ant karan kete billahe। ant karan means some to actually discover the end point, the people who have made this their raison d'etre, the reason to be। एक बड़ा management का लफ्ज है कि why do you exist? So some people have made it their reason to exist, that they want to find out about the extent of the Lord। And Guru Nanak Dev Ji is saying here, अंत कारण, अंत ਨੂੰ ਲੱਭਣ ਦੇ ਕਾਰਨ केते बिल्ला है। बहुत सारे लोग जो हैं वो एंशियस होके अपनी पूरी लाइफ इसमें झोंक देते हैं ताकि अंत ना पाए जाए। बट ताकि मीन्स ऑफ द वाहिगुरु, नो वन कैन फाइंड द एंड ऑफ योर्स, ताकि अंत ना पाए जाए। The creation and the creator's end, nobody can find। ए अंत न जाने कोई, बहुता कहिया बहुता होए। वड्डा साहेब ऊंचा थाऊं, ऊंचे ऊपर ऊंचा नाम। He is saying that nobody knows this end, a ant jida hai, a aspect of endlessness। कि कई लोग की साइंटिस्ट आजकल अंदाजा लगा रहे हैं कि the existence exists in a circular dimension। You start from one point and you come back to the same point। It is not a linear or a planar existence। लोकी बहुत ज़्यादा अंदाजे लगाते हैं क्रिएशन के बारे। So not only is it endless, even the very nature of how it is spread, ए अंत ना जाने कोई, nobody knows the end of his creation। बहुता कहिए बहुता होए। The more you discover, the more we say, the more we find that it is even larger। ਜਦੋਂ ਕਈ ਵਾਰੀ ਕੋਈ ਤੁਸੀਂ ਟੌਪਿਕ ਲੈ ਕੇ ਆਉਂਦੇ ਹੋ ਤੇ ਤੁਹਾਨੂੰ ਲੱਗਦਾ ਵੀ ਇਹ ਤੇ ਬਹੁਤ ਹੀ ਸਿੰਪਲ ਟੌਪਿਕ ਹੈਗਾ, ਤੇ ਜਦੋਂ ਤੁਸੀਂ ਉਸ ਟੌਪਿਕ ਵਿੱਚ ਡੂੰਘੀ ਛਾਲ ਲਗਾਉਂਦੇ ਹੋ ਤੁਹਾਨੂੰ ਪਤਾ ਲੱਗਦਾ ਨਹੀਂ ਇਹ ਇੰਨਾ ਸਿੰਪਲ ਨਹੀਂ ਹੈਗਾ।
ਇਹਦੇ ਚ endless layers of deep dive ਹੈਗੇ ਨੇ ਤੇ ਜਿੰਨਾ ਤੁਸੀਂ ਡੀਪ ਡਾਈਵ ਕਰਦੇ ਜਾਂਦੇ ਹੋ ਉਹਨਾਂ ਉਹ ਵਾਸਟ ਹੁੰਦਾ ਜਾਂਦਾ। It is our ignorance that puts limits to what we feel can be the extent. The more we know, the more we say, the more we realize how vast it is. So here Guru Nanak Dev Ji is saying, बहुता कहिए बहुता होए। जिन्ना असी बहुत बहुत आखते रहने हैं होर वड्डा सानू पता लगता है कि हाली होर वड्डा है। वड्डा साहिब ऊंचा थाऊ, थाऊ का मतलब होंदा है थां जगह, या इंग्लिश विच वर्ड है स्टेशन। हिज स्टेचर, हिज स्टेशन इज वेरी हाई। वड्डा साहिब ओ ग्रेट लॉर्ड। So Guru Nanak Dev Ji is addressing the Lord over here that, oh great Lord, you sit at a very high station. Unche upar uncha now. And even higher than you is your creation and your name. It is even higher than you. Evod uncha hove koe, तिस ऊंचे को जाने सोए, जेवड़ आप जाने आप आप, नानक नदरी करमी दात। He is saying, एवड़ ऊंचा, अगर कोई इतना ऊंचा होवे कोई, अगर कोई वाहिगुरु वकन कोई ऊंचा होवे, एवड़ ऊंचा होवे कोई, तिस ऊंचे को जाने सोए, वो ही इस ऊंचे अकाल पुरख को जान पाएगा। जेवड़ आप जाने आप आप, हाउ ही इज, जैसा वो है, जेवड़ आप जाने आप आप, वो आपे ही अपने आप नू जानदा है, क्योंकि उस वकन उच्चा ते कोई हो ही नहीं सकता। नानक नदरी करमी दात। Guru Nanak Dev Ji is saying that all nadri is nazar. Karmi here is being referred to Akal Purakh, who is the blesser। वो सारे कर्म करता है साढ़े ते। दात is the blessing। So Guru Nanak Dev Ji is saying that all the blessings of the Akal Purakh, of the blesser, are due to his nazar। So इन्होंने समरी की है 24 पौड़ी दी कि वो बहुत उच्चा है, वो बहुत ही एंडलेस है, वो एब्सोल्यूटली इनफाइनाइट है। ਉਹਨੂੰ ਵੇਖਣ ਸੁਣਨ ਨਾਲ ਅਸੀਂ ਨਹੀਂ ਸਮਝ ਸਕਦੇ ਤੇ ਨਾ ਅਸੀਂ ਇਹ ਸਮਝ ਸਕਦੇ ਹਾਂ ਕਿ ਵੀ ਉਹ ਕਿੰਨਾ ਉੱਚਾ ਹੈ, ਕਿਹੜੇ ਸਟੇਸ਼ਨ ਤੇ ਬੈਠਾ ਹੈ। ਸਾਨੂੰ ਖਾਲੀ ਇੱਕੋ ਚੀਜ਼ ਸਮਝਣੀ ਹੈਗੀ ਹੈ ਕਿ ਸਾਰੀਆਂ ਦਾਤਾਂ, ਸਾਰੀਆਂ ਕਰਮ ਉਹਦੀ ਨਜ਼ਰ ਤੋਂ ਹੀ ਸਾਨੂੰ ਮਿਲਦੇ ਨੇ। So the whole body is about how infinite is Akal Purakh and his creation, how high he is. And in the last line, he reminds us that all our blessings emanate because of his kind look upon us. So remain humble. Now we will start with the 25th body. Now that if you see in the 23rd body, we got the message of always remembering the Lord. Samund Shah Sultan, Girha Seti Mal Dhan, Kidi Tul Na Hovni,
जे तिस मनो न विसरे. So the whole message was about remembering God. And now again, he has told us in the 23rd Pauri that he is infinitely large, and since everything emanates from him, we have to accept what all we get with humility. In the 25th Pauri, it is all about bhana. The whole Pauri is about ਚੰਗਾ ਹੋਏ ਜਾਂ ਮਾੜਾ ਹੋਏ ਉਹ ਸਭ ਰੱਬ ਦਾ ਭਾਣਾ ਹੈ ਤੇ ਅਗਰ ਸਾਨੂੰ ਆਪਣੀ ਸਪਿਰਿਚੁਅਲ ਜਰਨੀ 'ਚ ਅੱਗੇ ਟੁਰਨਾ ਹੈ ਤੇ ਭਾਣਾ ਮੰਨਣ ਦੇ ਇਲਾਵਾ ਸਾਡੇ ਕੋਲ ਹੋਰ ਕੋਈ ਦੂਜਾ ਆਪਸ਼ਨ ਨਹੀਂ ਹੈਗਾ। ਇਹ ਜਿਸਟ ਹੈਗੀ ਹੈ 25th ਪੌੜੀ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਕਹਿ ਰਹੇ ਨੇ ਕਿ ਇਹਨਾਂ ਉਹਦੀ ਬਲੇਸਿੰਗਸ ਇੰਨੀਆਂ ਜ਼ਿਆਦਾ ਨੇ, ਕਰਮ ਇੱਥੇ ਉਹਦੀ ਬਖਸ਼ੀਸ਼, ਉਹਦੀ ਬਲੇਸਿੰਗਸ ਬਾਰੇ ਕਿਹਾ ਗਿਆ। ਤੇ ਤਿਲ ਕਹਿੰਦੇ ਨੇ ਇੱਕਦਮ ਛੋਟਾ ਜਿਹਾ ਸੀਡ ਹੁੰਦਾ, ਤਿਲ ਦਾ ਬੀਜ। It is used for something which is very, very small. Tamaye is jealousy, lalach, trishna. ਤੇ ਜਿਸ ਤਰ੍ਹਾਂ ਇੱਕ ਬੌਸ ਹੈਗਾ, ਉਹ ਕਹਿ ਰਿਹਾ ਵੀ ਮੈਂ ਆਪਣੇ EMPLOYEES ਨੂੰ ਇੱਕਦਮ optimal ਸੈਲਰੀ ਦਿਆਂ ਤਾਂ ਕਿ ਵੀ ਜਿੰਨਾ ਇਹ ਕਰੇਗਾ ਉਹਦੇ ਹਿਸਾਬ ਨਾਲ ਇਹਨੂੰ ਮੈਂ ਸੈਲਰੀ ਦੇ ਦਿਆਂਗਾ। ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਰ ਵੈਲਿਊ 100 ਰੁਪਏ ਹੋਏ ਤੇ 95 ਦੇ ਦਿੱਤਾ ਜਾਵੇ, 90 ਦੇ ਦਿੱਤਾ ਜਾਵੇ। ਹੌਲੀ ਹੌਲੀ ਦੇਾਂਗੇ ਤੇ ਬੰਦਾ ਕਾਬੂ 'ਚ ਰਹੇਗਾ। ਤੇ ਇੱਥੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਵੀ ਨਹੀਂ, ਰੱਬ ਇਸ ਤਰ੍ਹਾਂ ਨਹੀਂ ਸਾਨੂੰ ਵੰਡਦਾ। ਉਹ ਇੱਕ ਤਿਲ ਵੀ ਲਾਲਚ ਨਹੀਂ ਕਰਦਾ ਕਿ ਵੀ ਮੈਂ ਆਪਣੇ ਕੋਲ ਰੱਖ ਲਾਂ, ਮੈਂ ਬਾਅਦ ਵਿੱਚ ਦਿਆਂਗਾ। ਉਹ ਬੜੇ ਵੱਡੇ ਦਿਲ ਦੇ ਨਾਲ ਸਾਨੂੰ ਬਲੈਸ ਕਰਦਾ ਹੈ। ਸਾਰੀ ਬਲੈਸਿੰਗਸ ਖੁੱਲੇ ਦਿਲ ਨਾਲ ਸਾਨੂੰ ਦਿੰਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ। ਇੰਨੀਆਂ ਜ਼ਿਆਦਾ ਬਲੈਸਿੰਗਸ ਹੈਗੀਆਂ ਨੇ ਵਾਹਿਗੁਰੂ ਦੀਆਂ, ਅਕਾਲ ਪੁਰਖ ਦੀਆਂ ਸਾਡੇ ਉੱਤੇ ਕਿ ਅਸੀਂ ਉਹਨਾਂ ਨੂੰ ਵਰਡਸ ਵਿੱਚ ਡਿਸਕ੍ਰਾਈਬ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕੈਪਚਰ ਇਨ ਰਾਈਟਿੰਗ ਨਹੀਂ ਕਰ ਸਕਦੇ। ਵੱਡਾ ਦਾਤਾ ਤਿਲ ਨਾ ਕਮਾਏ। ਉਹ ਜਿਹੜਾ ਸਾਡਾ ਵੱਡਾ ਦਾਤਾ ਹੈ, ਉਹ ਗ੍ਰੇਟ ਗਿਵਰ, ਉਹ ਇੱਕ ਛੋਟਾ ਤਿਲ ਦਾ ਵੀ ਲਾਲਚ ਨਹੀਂ ਕਰਦਾ ਕਿ ਉਹ ਆਪਣੇ ਕੋਲ ਰੱਖ ਲੇ। ਉਹ ਸਾਰਾ ਦਾ ਸਾਰਾ ਬਲੇਸਿੰਗਸ ਸਾਨੂੰ ਦੇ ਦਿੰਦਾ। ਕੇਤੇ ਮੰਗੇ ਜੋਧ ਅਪਾਰ, ਕੇਤੀਆਂ ਗਣਿਤ ਨਹੀਂ ਵਿਚਾਰ, ਕੇਤੇ ਖਪ ਟੁੱਟੇ ਵੇਕਾਰ। ਇੱਥੇ ਗੱਲ ਹੋ ਰਹੀ ਹੈ ਕਿ ਵੀ ਜਿਹੜੇ ਹੈਵੀ ਵੇਟਸ ਨੇ ਉਹ ਕੋਈ ਇਹ ਨਹੀਂ ਕਿ ਉਹ ਆਪਣੇ ਆਪ ਉਹਨਾਂ ਨੇ ਕੋਈ ਚੀਜ਼ ਪੈਦਾ ਕਰ ਲਈ ਹੈ। ਉਹ ਜਿਹੜੇ ਹੈਵੀ ਵੇਟਸ ਨੇ ਜਿਨ੍ਹਾਂ ਨੇ ਬੜਾ ਕੁਝ ਹਾਸਿਲ ਕਰ ਲਿਆ, ਇੱਥੇ ਵਰਡ ਯੂਜ਼ ਕੀਤਾ ਗਿਆ ਜੋਧ, ਜੋਧਾ, ਜਿਹੜਾ ਕਿ ਯੋਧਾ ਹੁੰਦਾ, ਵੱਡਾ ਸੋਲਜਰ। ਉਸ ਟਾਈਮ ਵਿੱਚ ਸੋਲਜਰ ਹੀ ਇੱਕ ਵੱਡਾ ਬੰਦਾ ਹੁੰਦਾ ਸੀਗਾ। ਅੱਜ ਤੇ ਆਰਟਿਸਟ ਵੀ ਵੱਡੇ ਹੁੰਦੇ ਨੇ, ਸਾਰੇ ਲੋਕੀ ਵੱਡੇ ਹੁੰਦੇ ਨੇ। ਉਸ ਟਾਈਮ ਜੋਧਾ ਸੋਸਾਇਟੀ ਸਭ ਤੋਂ ਵੱਡੀ ਪੋਜੀਸ਼ਨ ਹੁੰਦੀ ਸੀਗੀ ਅਪਾਰਟ ਫਰੋਮ ਬ੍ਰਾਹਮਿਨਸ। ਕੀਤੇ ਮੰਗੇ ਜੋਧ ਅਪਾਰ, ਇਸੇ ਕਿੰਨੇ ਜੋਧਾ ਜਿਹੜੇ ਨੇ ਉਹ ਜਾ ਕੇ ਅਕਾਲ ਪੁਰਖ ਦੇ ਦੀਵਾਨ ਵਿੱਚ ਜਾ ਕੇ ਮੰਗ ਰਹੇ ਨੇ, ਦਾਤਾ ਮੰਗ ਰਹੇ ਨੇ। ਕੇਤੀਆਂ ਗਣਿਤ ਨਹੀਂ ਵਿਚਾਰ, ਇੰਨੇ ਜ਼ਿਆਦਾ ਨੇ ਕੇਤੀਆਂ, ਸੋ ਮੈਨੀ, ਗਣਿਤ ਟੂ ਕਾਊਂਟ, ਮੈਥਮੈਟਿਕਸ ਨਹੀਂ ਵਿਚਾਰ। ਇੰਨੇ ਜ਼ਿਆਦਾ ਨੇ ਮੰਗਣ ਵਾਲੇ ਕਿ ਵੀ ਉਹਦੀ ਕਾਊਂਟਿੰਗ ਨਹੀਂ ਕੀਤੀ ਜਾ ਸਕਦੀ। ਅਸੀਂ ਥਾਟਸ ਵਿੱਚ ਅਸੀਂ ਵਿਚਾਰ ਵੀ ਨਹੀਂ ਕਰ ਸਕਦੇ ਕਿ ਕਿੰਨੇ ਮੰਗਣ ਵਾਲੇ ਨੇ। ਤੇ ਤੁਸੀਂ ਐਕਚੁਅਲੀ ਦੇਖੋ, ਸਾਰੇ ਹੀ ਅਸੀਂ ਮੰਗਣ ਵਾਲੇ ਹੈਗੇ ਹਾਂ। ਤੇ ਹਿਊਮਨ ਬੀਇੰਗਸ ਵੀ ਮੰਗ ਰਹੇ ਨੇ, ਮੈਨੂੰ ਲੱਗਦਾ ਨੌਨ ਹਿਊਮਨ ਬੀਇੰਗਸ ਵੀ ਮੰਗਦੇ ਹੋਣਗੇ ਆਪਣੇ ਤਰੀਕੇ ਨਾਲ। ਕੀਤੇ ਖਪ ਟੁੱਟੇ ਬੇਕਾਰ,
ਤੇ ਕਈ ਇਸ ਤਰ੍ਹਾਂ ਵੀ ਨੇ ਜਿਨ੍ਹਾਂ ਨੂੰ ਮਿਲ ਜਾਂਦੀਆਂ ਨੇ ਦਾਤਾਂ ਤੇ ਉਹ ਖੱਪ ਟੁੱਟ ਜਾਂਦੇ ਕਿ ਬੇਕਾਰ ਹੋ ਜਾਂਦੇ ਨੇ। ਆਈ ਫਾਈਂਡ ਬੜੇ ਫੈਮਿਲੀਜ਼ ਵਿੱਚ ਜਿੱਥੇ ਬਹੁਤ ਜ਼ਿਆਦਾ ਪ੍ਰਿਵਿਲੇਜਡ ਹੈਗੇ ਨੇ, ਬੱਚੇ ਵੀ ਨੇ, ਹੋਰ ਵੀ ਫੈਮਿਲੀਜ਼ ਵਿੱਚ ਲੋਕੀ ਨੇ, ਉਹ ਇੰਨੇ ਪ੍ਰਿਵਿਲੇਜਡ ਨੇ ਕਿ ਉਹ ਐਕਚੁਅਲੀ ਯੂਸਲੈਸ ਹੋ ਗਏ। ਸੋ sometimes blessings can also lead to complete decadence। ਸੋ ਇੱਥੇ ਇਹ ਗੱਲ ਹੋ ਰਹੀ ਹੈਗੀ ਹੈ ਕਿ ਵੀ ਕੀਤੇ ਖੱਪ ਟੁੱਟੇ ਬੇਕਾਰ ਹੋ ਗਏ ਨੇ, ਉਹਨਾਂ ਨੂੰ ਇੰਨੀਆਂ ਦਾਤਾਂ ਮਿਲ ਗਈਆਂ ਨੇ। ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤੀਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਤੇ ਕਿੰਨੇ ਨੇ ਜਿਹੜੇ ਲੈ ਲੈ ਕੇ ਸਾਰੀਆਂ ਦਾਤਾਂ ਅਕਾਲ ਪੁਰਖ ਤੋਂ ਮੁਕਰ ਜਾਂਦੇ ਨੇ। ਉਹ ਅਨਗ੍ਰੇਟਫੁਲ ਲੋਕੀ ਨੇ ਜਿਹੜੇ ਇਹ ਸੋਚਦੇ ਨੇ ਕਿ ਵੀ ਇਹ ਸਾਡੀਆਂ ਆਪਣੀਆਂ ਕਿਸਮਤ ਹੈਗੀ ਹੈ ਜਾਂ ਸਾਡੇ ਆਪਣਾ ਹਾਰਡ ਵਰਕ ਹੈਗਾ ਕਿ ਵੀ ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਇਹ ਭੁੱਲ ਜਾਂਦੇ ਨੇ ਕਿ ਇਹ ਅਕਾਲ ਪੁਰਖ ਦੀਆਂ ਦਿੱਤੀਆਂ ਨੇ। ਉਹ ਲੈ ਕੇ ਮੁੱਕਰ ਜਾਂਦੇ ਨੇ, ਭੁੱਲ ਜਾਂਦੇ ਨੇ। ਕੀਤੇ ਮੂਰਖ ਖਾਹੀ ਖਾਹੇ। ਅੱਜ ਦੀ ਅਗਰ ਅਸੀਂ ਸੁਸਾਇਟੀ ਨੂੰ ਦੇਖਦੇ ਹਾਂ ਤੇ ਸਾਡੀ ਪੂਰੀ ਸੁਸਾਇਟੀ ਕੰਜ਼ਿਊਮਰਿਸਟ ਸੁਸਾਇਟੀ ਹੋ ਗਈ। ਵੀ ਆਰ ਅਬਿਊਸਿੰਗ ਫੋਸਿਲ ਫਿਊਲਸ। ਅਸੀਂ ਆਰਓ ਪਲਾਂਟ ਲਗਾ ਕੇ ਬੜੇ ਖੁਸ਼ ਹੁੰਦੇ ਹਾਂ ਕਿ ਜੀ ਅਸੀਂ ਪਿਓਰੀਫਾਈਡ ਵਾਟਰ ਕੰਜ਼ਿਊਮ ਕਰ ਰਹੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਵੀ 90% ਵਾਟਰ ਜਿਹੜਾ ਹੈਗਾ ਉਹ ਆਰਓ ਵਿੱਚ ਵੇਸਟ ਹੋ ਜਾਂਦਾ। ਅਸੀਂ ਫੂਡ ਨੂੰ ਫ੍ਰਿਜ ਪੂਰਾ ਭਰ ਕੇ ਰੱਖਦੇ ਹਾਂ, ਫੂਡ ਨੂੰ ਵੀ ਵੇਸਟ ਕਰਨੇ ਆ। ਇੰਨਾ ਹਰ ਘਰ ਦੇ ਅੰਦਰ ਫੂਡ ਜਿਹੜਾ ਹੈਗਾ ਉਹ ਰੋਜ਼ ਕੂੜੇਦਾਨਾਂ 'ਚ ਚਲਾ ਜਾਂਦਾ ਹੈ, ਰੈਸਟੋਰੈਂਟ 'ਚ ਚਲਾ ਜਾਂਦਾ ਹੈ। ਤੇ ਕੱਪੜੇ ਵੀ ਇੱਕ ਬੰਦੇ ਕੋਲ 25 ਸੂਟ ਹੁੰਦੇ ਨੇ, ਕਮੀਜ਼ਾਂ, ਪੈਂਟਾਂ, ਜੁੱਤੇ। ਇਹ ਕੰਜ਼ਿਊਮਰਿਸਟ ਜਿਹੜਾ ਸਾਡਾ ਸਟਾਈਲ ਆਫ ਲਿਵਿੰਗ ਹੈਗਾ, ਇਹ ਮੂਰਖਤਾ ਹੈਗੀ। So here he is saying in that context that how many fools who are totally immersed in just being consumers without realizing that these are blessings of the Lord and that we have to use them wisely and we have to live in gratitude। ਮੇਨ ਚੀਜ਼ ਇਹ ਹੈਗੀ ਹੈ ਕਿ ਇਫ ਵੀ ਆਰ ਲਿਵਿੰਗ ਅ ਲਾਈਫ ਆਫ ਗ੍ਰੈਟੀਟਿਊਡ, ਅਸੀਂ ਕਦੇ ਵੀ ਕੰਜ਼ਿਊਮਰਿਸਟ ਨਹੀਂ ਬਣ ਸਕਦੇ। ਕੀਤੀਆਂ ਦੁੱਖ ਭੂਖ ਸਦ ਮਾਰ। ਕਈ ਇਸ ਤਰ੍ਹਾਂ ਵੀ ਲੋਕੀ ਨੇ ਜਿਹੜੇ ਹੰਗਰ ਦੇ ਨਾਲ ਤੇ ਸੌਰੋ ਵਿੱਚ ਡੁੱਬੇ ਹੋਏ ਨੇ। ਇਹ ਨਹੀਂ ਹੈ ਕਿ ਵੀ ਸਾਰਿਆਂ ਨੂੰ ਬਹੁਤ ਬਲੈਸਡ ਹੈਗੇ ਨੇ, ਸਾਰੇ ਕੰਜ਼ਿਊਮਰਿਸਟ ਹੈਗੇ ਨੇ। ਬਹੁਤ ਸਾਰੇ ਇਸ ਤਰ੍ਹਾਂ ਵੀ ਨੇ ਜਿਨ੍ਹਾਂ ਕੋਲ ਕੁਛ ਵੀ ਨਹੀਂ ਹੈਗਾ, ਦੁੱਖ ਹੀ ਦੁੱਖ ਨੇ, ਭੁੱਖ ਹੀ ਭੁੱਖ। ਉਹ ਸਦਾ ਹੀ ਉਹਦੇ ਦੁੱਖ ਤੇ ਭੁੱਖ ਦੀ ਮਾਰ ਵਿੱਚ ਪਏ ਨੇ। ਤੇ ਫਿਰ ਉਹ ਯਾਦ ਦਿਲਾ ਰਹੇ ਨੇ ਗੁਰੂ ਨਾਨਕ ਦੇਵ ਜੀ ਕਿ ਵੀ ਇਹ ਵੀ ਜਿਹੜੀ ਸਿਚੁਏਸ਼ਨ ਹੈਗੀ ਹੈ ਦੁੱਖ ਦੀ, ਭੁੱਖ ਦੀ, ਇਹ ਵੀ ਅਕਾਲ ਪੁਰਖ ਦੀ ਹੀ ਦਾਤ ਹੈ। ਜਿਸ ਤਰ੍ਹਾਂ ਚੰਗੀਆਂ ਦਾਤਾਂ ਵੀ ਉਹਦੀਆਂ ਦਾਤ ਨੇ, ਉਸ ਤਰ੍ਹਾਂ ਹੀ ਦੁੱਖ ਦੀ ਦਾਤ ਵੀ ਜਿਹੜੀ ਹੈ ਉਹ ਅਕਾਲ ਪੁਰਖ ਦੀ ਹੀ ਦਾਤ ਹੈਗੀ ਹੈ। ਇਹ ਵੀ ਦਾਤ ਤੇਰੀ ਦਾਤਾਰ। ਦਾਤਾਰ here is the Lord the giver। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨ ਸਕੇ ਕੋਏ, ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆਂ ਮੂੰਹ ਖਾਏ। ਬੰਦ ਦਾ ਮਤਲਬ ਬੰਦੀ, ਜਿਹੜਾ ਬੰਧਨ ਵਿੱਚ ਪਿਆ ਹੈਗਾ। ਕਿਹੜੇ ਬੰਧਨ ਵਿੱਚ?
माया दे बंधन, क्योंकि सारी जिहड़ी गल हो रही है दातां दियां हो रही ने, ते असी क्योंकि माया दे लेंस तो जज करते हैं कि भी केड़ी दात है ते केड़ा दुख है। जदों असी माया दा लेंस लगाने तां ही असी डिस्टिंग्विश करने। ते खलासी दा मतलब है मुक्ति, खलास करना, खत्म करना, छुटकारा मिलना। ते बड़ा कंडेंस्ड फॉर्म में गुरु नानक देव जी ने एक सेंटेंस बड़ा सोहना लिखा है, बंद खलासी भाणे होए, कि जेड़ी बंधन तो माया ते बंधन तो छुटकारा मिलना है, वो भाणे नूं मनन नाल ही वो छुटकारा मिल जाता। इन्नी वड्डी गल एक लाइन इन्नी सोहनी तरीके नाल कही है, 4 लफ्ज़ां कि जदों असी भाणे नूं मन लैंदे हां, जदों असी दुख सुख दोनां नूं दात मन लैंदे हां, ते सानू माया दे बंधन तो खलासी मिल जाती है, छुटकारा मिल जाता है। होर आख न सके कोई, कहंदे कोई भी बंदा अगर तुहानू होर कोई मैथड दसदा है कि भी भाणे दे अलावा होर कोई तरीका हैगा माया ते बंधन तो छुटकारा पाण दा, ते वो गलत हैगा। There is no other way of finding छुटकारा from the बंधन of माया। तुसी जिन्ना मर्जी तीर्थां जाके स्नान कर लो, कुछ भी कर लो, तुसी कई बारी यह भी फिलोसफी आई है कि भी जदों तक तुहाडे कोल वड्डी गड्डी नहीं होएगी ना, तुहानू लालच होएगी, तुसी लै लो, वड्डी गड्डी लै लोगे, तुहाडी लालसा खत्म हो जाएगी। तुहानू चंगे सूट दी जूलरी दी बड़ी लालसा हैगी है, तुसी लै लो, तुसी मुक्ति पा लोगे, तुहानू उसके बाद उसकी लालसा खत्म हो जाएगी। इस तरह की कोई ट्रिक नहीं काम करती, पाठ पूजा भी काम नहीं करते। मेन जिहड़ी गल हैगी है वो खाली ये हैगी है कि दुख सुख दोनों ही दात हैगियां ने, ते जदों असी भाणे नूं मन लैंदे हां फिर ही सानू माया दे बंधन तो खलासी मिल सकती है, और कोई तरीका नहीं है। जे को खायक आखण पाए, खायक दा मतलब हैगा फूल, somebody who is foolish, saying जे को खायक, जे कोई मूर्ख ये आखदा कि भी दूजा भी कोई तरीका हैगा, ते वो जाने जेतिया मुंह खाए। मुंह खाए एक मुहावरा होंदा है कि भी उसने मुंह की खाई, उन्होंने बड़ी जोड़ नाल मुंह ते चपेट पई। उन्होंने इंग्लिश विच भी मुहावरा हैगा दैट वेट टिल इट हिट्स यू बैडली इन योर फेस। ते वो कहंदे ने वो ही जानदा है मूर्ख जिहड़ा इदां दी गल करदा है ना, ਉਹਨੂੰ खुद ही पता लग जाता है। वो जाने जेतियां मुँह खाए, वो जदों ਉਹਨੂੰ खुद चोट पहुंचेगी ਤਾਂ ही वो खुद ही जानेगा कि भी मैं एक ही मूर्खता विच लगਿਆ ਸੀਗਾ ਤੇ ਹੋਰ कोई तरीका ते है ही नहीं। माया ते बंधन तो खलासी वास्ते मैनू भाना ही मनना पएगा। आपे जाने आपे दे, आखण सी भी कई के। इत्थे गुरु नानक देव जी कह रहे हैं कि भी सारे ही अनग्रेटफुल नहीं होंदे, कुछ लोग होंदे ने जिहड़ा लाइफ ग्रैटिट्यूड विच लीड करते ने। वो यह गल कहंदे ने कि भी अकाल पुरख नूं खुद ही पता है सानू की चाहिदा है, ते वो खुद सानू दे देगा जिहड़ी चीज़ सानू चाहिदी हैगी है। आपे जाने आपे दे, आखे सी भी कई के। कुछ इस तरह के भी लोग हैगे ने जिहड़े ए आखदे ने
कि भी वाहिगुरु नूं पता है, वो जानदा है ते आपे ही सानू दे दे। जिस नो बख्शे सिफत सलाह, नानक पातशाही पातशाह। गुरु नानक देव जी कहते ने कि जिस व्यक्ति नूं यह सिफत सलाह मिल जाती है कि भी आपे ही अकाल पुरख ने जो चाहिए है वो दे देना। जेड़े व्यक्ति नूं यह एहसास हो जाता है कि मेरे वास्ते जो उचित हैगा वो मैनू मिल जाएगा, यह सिफत यह जदों उन्होंने समझ आ जाती है, दिस क्वालिटी ऑफ अकाल पुरख, ते वो किंग ऑफ किंग्स बन जाता। ही इज द मोस्ट ब्लेसिड पर्सन। वो पातशाह, पातशाह वर्ड इत्थे बादशाह वास्ते किया गया कि वो बादशाहां दा बादशाह बन जाता है, जिन्हों यह गल समझ आ जाए कि वाहिगुरु की जिहड़ी सिफत हैगी है, वर्चू हैगी है, कि भी जो सानू चाहिए है वो सानू उन्हें आपे ही दे देना। जिस तरह पहले गल हुई सीगी, इनफाइनाइट दे बड़े डिफरेंट कैरेक्टरिस्टिक्स ने। एक कैरेक्टर हैगा फिजिकल एंड एक कैरेक्टर हैगा काउंटलेस। ते इत्थे गल हो रही है इनवैल्यूएबल दी, जिदा कोई मोल ना होए, जिदा कोई दाम ना लगाया जा सके, उन्होंने अमुल कहते हैं, अमोल या अमुल। ते गल इत्थे हो रही है जिहदे जेड़े वाहिगुरु दी वर्चूज ने उन्हां दे बारे गल हो रही है, उन्हां दी ब्लैसिंग्स बारे गल हो रही है कि वाहिगुरु दी ग्रेटनेस, वर्चूज, ब्लैसिंग्स दा दे आर इनवैल्यूएबल। अमुल गुण, अमुल व्यापार, अमुल व्यापारिये, अमुल भंडार। The virtues of Akal Purakh are invaluable. There is no way we can ascribe any value to it. Amul Vapar. Vapar is a word which is used for trade or for exchange. ਇੱਥੇ ਗੱਲ ਹੋ ਰਹੀ ਹੈ exchange of virtues, exchange of good values. This is the conversation which is happening over here. Amul Vapariye, Amul Bhandar. ਜਿਹੜੇ ਪਰਸਨਸ, ਜਿਹੜੇ ਵਿਅਕਤੀ ਵਾਹਿਗੁਰੂ ਦੇ ਗੁਣਾਂ ਦੀ, ਚੰਗੀ ਗੱਲਾਂ ਦੀ ਐਕਸਚੇਂਜ ਕਰ ਰਹੇ ਨੇ, ਥਾਟਸ ਦੀਆਂ, ਉਹ ਆਪਣੇ ਆਪ ਵਿੱਚ ਇਨਵੈਲਿਊਬਲ ਹੋ ਜਾਂਦੇ ਨੇ। ਉਹ ਐਕਸਚੇਂਜ ਆਫ ਵਰਚੂਜ਼ ਜਿਹੜਾ ਹੈਗਾ that is totally invaluable. Amul Vapariye, Amul Bhandar. And just like the exchange of these virtues, these qualities is invaluable, even the treasure of virtues, the treasure of blessings of Akal Purakh are also invaluable. अमुल आवे, अमुल ले जाए, अमुल भाए, अमुल्ला समाए. Invaluable are the people who come into life and they are exchanging these virtues and acquiring these virtues and acquiring these qualities. The entire conversation is about people who are trying to imbibe good values and good virtues. The ones who come to gather these virtues, they are also invaluable, and these invaluable persons, they keep coming and they keep leaving this planet. Amul bhaye, amulla samaye. Invaluable are those people who have love in their heart. Bhai, bhav nu kiya gaya hai, love nu, love for God,
not love for good things of life, but love for Akal Purakh. Invaluable are those people who have love for Vaheguru in their heart, and invaluable are those people who are immersed in Him, immersed in awareness, and their consciousness is one with the super consciousness. Those people are also invaluable. समाए मतलब जेड़े ओदे समाए गए ने, immersed ने. Now he is talking in the next part of the body about how the judgment is done in the court of Akal Purakh. जिस तरह एक हाई कोर्ट होंदी है, डिस्ट्रिक्ट कोर्ट, फिर हाई कोर्ट, फिर सुप्रीम कोर्ट, ते लोकी कई बारी गल करते ने कि भी पता नहीं है किस तरह जजमेंट दिंदे ने, जजमेंट फेयर होंदी है नहीं होंदी, किस तरह दे लॉज दे उत्ते बेस्ड होंदियां ने जजमेंट्स. ते इत्थे गल कर रहे ने गुरु नानक देव जी दैट the court of Akal Purakh is absolutely perfect, invaluable. Amul Dharam, Amul Diban. Diban is Diwan, the court. Dharam is the Niyam, Kanun, rules, divine order of creation, जिदे अंदर सारी दी सारी सृष्टि पुरोई गई है. ਜਿਹੜੇ ਰੂਲਸ ਐਪਲੀਕੇਬਲ ਹੋਣਗੇ ਸਾਡੇ ਉੱਤੇ ਜਦੋਂ ਸਾਡੇ ਕਰਮਾਂ ਦੀ ਅਸੈਸਮੈਂਟ ਹੋਏਗੀ, ਤੇ ਹਰ ਚੀਜ਼ ਦੀ ਵੈਲਿਊ ਹੁੰਦੀ ਹੈ. ਕਹਿੰਦੇ ਨੇ ਕਿ ਵੀ ਤੁਸੀਂ ਸੁਪਰੀਮ ਕੋਰਟ ਵਿੱਚ ਵੀ ਪੈਸੇ ਦੇ ਕੇ ਕੰਮ ਕਰਾ ਸਕਦੇ ਹੋ. ਇੱਥੇ ਗੱਲ ਹੋ ਰਹੀ ਹੈ ਕਿ ਨਹੀਂ, ਹਿਸ ਕੋਰਟ, ਹਿਸ ਆਰਡਰ, ਹਿਸ ਕਾਨੂੰਨ ਇਜ਼ ਇਨਵੈਲਿਊਏਬਲ. ਅਮੁੱਲ ਧਰਮ, अमूल दीवान, अमूल तुल, अमूल परवान. तुल हुंदा तोल जिहदे मेजर हुंदा है, जिस तरह मैट्रिक सिस्टम हैगा, मिलीमीटर, सेंटीमीटर, डेसीमीटर, मीटर. परवान इंस्ट्रूमेंट्स जिहदा नाल चीज़ां नूं असीं मेजर करने कि भी 1 मीटर दा यह माप है, इहनूं रख के तुसीं मेजर कर लो. ते कोई भी जस्टिस सिस्टम हुंदा उहदा एक मेजर हुंदा कि भी चोरी कीती है तो 2 दिन की सज़ा होएगी, ड्रग्स खाते ने तो 3 साल की सज़ा होएगी, मर्डर किया है तो 7 साल की होएगी. ते हर चीज़ का मेजर हुंदा. इत्थे गल हो रही है कि भी जेड़ा वाहिगुरू दी कोर्ट दा मेजर हैगा ते जेड़ा मैथड एंड टूल्स ऑफ मेजरमेंट ने, they are invaluable tools, and invaluable is his measure. Amul bakshish, amul nisan. His blessings are also invaluable. Bakshish ਜਿਹੜੀ ਹੈਗੀ ਹੈ ਉਹ invaluable ਨੇ, ਤੇ ਉਹਦੇ ਨਿਸ਼ਾਨ ਜਿਹੜੇ ਨੇ, ਉਹਦੇ ਜਿਹੜੇ ਸਿੰਬਲ ਨੇ, ਉਹ ਵੀ invaluable. ਮਸਲਨ सूरज है, सूरज साडे वास्ते बख्शीश है. सनलाइट ओदा निशान है. दैट इज व्हाट वी रिसीव. या हो सकता है इनू दूजे तरीके नाल भी देखा जा सकता है कि सनलाइट जिहड़ी हैगी है वो ब्लैसिंग हैगी है, ते सन जिहड़ा हैगा वो ओदा सिंबल है. अमुल बख्शीश, अमुल निशान, अमुल करम, अमुल फरमान. फरमान मतलब डिक्टेट, एनी ऑर्डर is any ordainment. So, and karam is benediction. It is a benevolent act, only a benevolent act, very generous act qualifies to be called a karam when we talk about Akal Purakh's karam. ਤੇ ਇੱਥੇ ਵਾਹਿਗੁਰੂ ਦੇ ਬਾਰੇ ਕਹਿ ਰਹੇ ਨੇ ਕਿ his blessings, his benedictions, his benevolent deeds are invaluable, and his orders are also invaluable. How he acts
and how he instructs, it is invaluable. His verdict is invaluable. Verdict ऐस करके जरूरी सी क्योंकि गल जजमेंट दी जरूरी सी। अमुल्लो अमुल आखिया न जाए, आख आख रहे लिव लाए। It is so invaluable that it cannot be said. अमुल्लो अमुल, invaluable इच भी बहुत invaluable, हीरियां च हीरा है। अमुल्लो अमुल आखिया न जाए, आख आख रहे लिव लाए। फिर भी कई लें जिड़े लिव लगा के कह रहे how invaluable and how great is the Lord. आंखें वेद पाठ कुरान, आंखें पढ़े करे वेखान। आंखें भर में आंखें इंद, आंखें गोपी ते गोविंद। ਇਹਦੇ 'ਚ ਕੁਝ ਨੇਗੇਟ ਨਹੀਂ ਕੀਤਾ ਗੁਰੂ ਨਾਨਕ ਦੇਵ ਜੀ ਨੇ। ਇਹਨਾਂ ਨੇ ਖਾਲੀ ਇਹ ਕਿਹਾ ਕਿ many people are singing praises of the beauty of Akal Purukh's court and scholars are trying to do व्याख्या। आखे वेद पाठ कुरान, वेद पाठ ते कुरान ਇਹ ਸਾਰੇ अकाल पुरख ਨੂੰ डिस्क्राइब ਕਰਨ ਦੀ कोशिश कर रहे हैं। They are all attempting to describe वाहिगुरु। आखे पढ़े करे विख्यान, वो पढ़ के कह के ओदी व्याख्या कर रहे ने। ब्रह्मा इंद्र गोपी ते गोविंद सारे जिहड़े देवते होए ने, उन्होंने सारियां ने अकाल पुरख दी अपने तरीके नाल लोकां नूं व्याख्या कीती है। इहदे चों दो गल्लां कह गए ने। एक ते यह कह गए ने कि ब्रह्मा इंद्र गोविंद आपस दे आर नॉट अकाल पुरख। नाल यह भी कह गए ने कि भी वो जिहड़े आए सी इत्थे अवतार, वो सारे अवतारां ने अपने अपने तरीके दे नाल अकाल पुरख दी व्याख्या कीती है। आखे ईसर आखे सिद्ध, आखे केते कीते बुद्ध। ईश्वर जिहड़े शिव है, शिव जी ने भी व्याख्या कीती हैगी है, एक्सप्लेन कीता है अबाउट द एग्जिस्टेंस एंड द नेचर ऑफ अकाल पुरख, द टाइमलेस बीइंग। एंड सिद्ध पुरुष जिन्हां ने अपनी इंद्रियां नूं साध रखे है, जिहड़े स्कॉलर्स ने वो भी आखरे ने, दे आर ऑल्सो ट्राइंग टू एक्सप्लेन। एंड मेनी बुद्धास, बड़े बुद्ध मतलब जिहड़ा इनलाइटेंड बंदा है, नॉट नेसेसरीली द वन बुद्धा हु स्टार्टेड बुद्धिज्म। all the enlightened beings, many of them have tried to explain the existence of Lord. आखे दानव आखे देव, डीमंस भी अपनी तरीके नाल वाहिगुरु नूं एक्सप्लेन करन दी कोशिश कर रहे ने। जिहड़े डेमी गॉड्स ने, देवते, वो भी एक्सप्लेन कर रहे ने। आखे सुर, सुर मतलब जिहड़े ह्यूमनस ने हु हैव द क्वालिटीज ऑफ डेमी गॉड, उन्हां नूं सुर कहंदे ने। जिस तरह असुर डीमन नूं कहंदे ने, सुर कहंदे ने ह्यूमनस हु आर लाइक डेमी गॉड। नर ह्यूमंस मानव, मुन मुनि, जन सेव normal people who are sevak. All of them are trying in their own way to explain about the Akal Purakh. केते आखे आखण पाए, केते कह कह उठ उठ जाए। And how many are able to say, and how many just they in the
process of explaining, they perish and they move and fly away to the other world. So there is no negation. He is simply saying that everybody, all the devtas, all the sur, manav, everybody has tried to give their own version of what is Akal Purakh. Don't take any of those versions as the final version. And this is where he says, Ete kite hor kare. He's saying, Ete kite hor kare ta aakh na sakke kei ke. He's saying, as it is, there are so many people who are trying to give their explanation of the Lord, and even if there are more, because more will keep coming, more people, living beings keep coming, even ta aakh na sakke kei ke, even then nobody can express and explain about your greatness. जेवड भावे तेवड होए, नानक जाने साचा सोए. How it pleases him, जेवड भावे, जैसे ईश्वर को भाता है, तेवड होए, वैसे ही होता है. Whatever and how it pleases him, that is how he makes things happen. Guru Nanak Dev Ji says, only the true Lord, only he knows. Nanak jane sacha soe. Only the true Lord, only he knows. All these other people who have been trying to give their explanations, they are only giving their own assessment of what they feel is the true version. जेको आखे बोल बिगाड़ तां लिखियां सिर गवारा गवार. ते जे कोई बंदा ए आखदा है कि मैनू पता है कि भी रब की है ते अकाल पुरख की वो एक्सप्लेनेशन दिंदा है, वो अपने बोल बिगाड़दा ही है. तां लिख सिर, तां लिखिया, तां लिखिए सिर गवारा गवार. ते ओदे सर दे उत्ते, ओदे फोरहेड दे उत्ते, it should be inscribed that he is a fool among fools. So summary ये हैगी है कि सारियां ने अपने अपने तरीके नाल अकाल पुरख दे अपने वर्जन दिते ने, बट अकाल पुरख खुद ही जानदा है कि भी वो की हैगा. ते जे कोई कोशिश करदा है ते आखदा है कि भी मैनू पता है, ते ओदे मत्थे उत्ते लिखिया होना चाहिए कि भी यह मूर्खां दा मूर्ख है. So this brings us to the end of today's session. जब तक गुरमीत थर्ड स्लाइड ते जांदा है, मैं थोड़े विचार शेयर करदा तुहाडे नाल. मैं पूरी डिटेल विच ते अज नहीं जावांगा, पर मैं थोड़ी जी गल तुहाडे नाल करांगा. This one, sir? ना थर्ड अंत ते, अंत ना सिफती, या फोर्थ ते चले जाओ, नेक्स्ट वन ते चले जाओ. हाँ ठीक है. एक्चुअली मेरे टेबल पे एक बॉटल पई है और तुसी देख सकते हो ਇਹਦੇ ਉੱਤੇ ਲਿਖਿਆ ਹੈ JAL. ਇਹ ਬੋਟਲ ਮੇਰੇ ਟੇਬਲ ਤੇ ਕਾਫੀ ਦਿਨ ਪਈ ਰਹੀ ਤੇ ਮੈਂ ਇਹਨੂੰ ਜੈਲ 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 ਪੜਦਾ ਰਿਹਾ. ਤੇ ਇੱਕ ਦਿਨ ਖਿਆਲ ਆਇਆ ਕਿ ਇਹ ਜੈਲ ਨਹੀਂ ਹੈਗਾ, ਇਹ ਤੇ ਜਲ ਹੈ. ਫਿਰ ਮੈਂ ਇਹਦੇ ਥੱਲੇ ਦੇਖਿਆ ਤੇ ਇੱਥੇ ਲਿਖਿਆ ਨੈਚੁਰਲ ਮਿਨਰਲ ਵਾਟਰ. ਹੁਣ ਨੈਚੁਰਲ ਜੇ बोलिए असी ਇਹਦੇ ਵਿੱਚ ਦੋ एज ਆਂਦੀਆਂ. ਪਹਿਲੀ ए ਦੀ ਆਵਾਜ਼ ਹੈ ਨੈ ਐ, ਉਸ ਤੋਂ ਬਾਅਦ ਰਲ ਨੈਚੁਰਲ, ਉਹਦੇ ਵਿੱਚ ए ਦੀ ਆਵਾਜ਼ ਆਂਦੀ ਹੈ ਅ, ਫਿਰ ਮਿਨਰਲ
ਵਿੱਚ ਏ ਦੀ ਆਵਾਜ਼ ਆਉਂਦੀ ਹੈ ਫਿਰ ਵਾਟਰ ਵੇਖੀਏ ਤੇ ਉੱਥੇ ਏ ਦੀ ਆਵਾਜ਼ ਆਉਂਦੀ ਹੈ ਆ। ਤੇ ਮੈਂ ਜਦੋਂ ਇੰਗਲਿਸ਼ ਟਰਾਂਸਲੇਸ਼ਨਸ ਦੇਖੀਆਂ, ਹੁਣ ਅਸੀਂ ਤੇ ਪੰਜਾਬੀਆਂ ਜਾਂ ਹਿੰਦੀਆਂ ਜਾਂ ਹਿੰਦੁਸਤਾਨੀਆਂ ਜਾਂ ਏਸ਼ੀਅਨਸ ਹਾਂ, ਅਸੀਂ ਤੇ ਥੋੜਾ ਬਹੁਤ ਅੰਡਰਸਟੈਂਡ ਕਰ ਸਕਦੇ ਹਾਂ ਵੀ ਕੀ ਹੈ ਕੀ ਬਣਿਆ, ਪਰ ਜੇ ਅਸੀਂ ਗੋਰੇ ਨੂੰ ਇਹ ਸਮਝਾਉਣਾ ਚਾਹੀਏ ਤੇ ਉਹ ਤੇ ਵਿਚਾਰਾ ਗਵਾਚ ਹੀ ਜਾਏਗਾ। ਤੇ ਅੱਜ ਤੋਂ 5 ਸਾਲ ਪਹਿਲੇ ਜਦੋਂ ਮੇਰੀ ਨਜ਼ਰ 'ਚ ਇਹ ਚੀਜ਼ ਆਈ ਸੀ ਤਾਂ ਮੈਂ ਫੁੱਲ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਟਰਾਂਸਲੇਸ਼ਨ ਸ਼ੁਰੂ ਕਰ ਦਿੱਤੀ, ਜਿਹਨੂੰ ਟਰਾਂਸਲਿਟਰੇਸ਼ਨ ਕਹਿੰਦੇ ਆ, ਜਿਹੜੀ ਤੁਸੀਂ ਵੇਖ ਰਹੇ ਹੋ ਗੁਰਮੁਖੀ ਦੀਆਂ ਲਾਈਨਾਂ ਦੇ ਥੱਲੇ। ਮੈਂ ਅੱਜ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਅੱਜ ਮੈਂ ਖਾਲੀ ਥੋੜਾ ਜਿਹਾ ਕਹਿਣਾ ਹੈ। I'll request a separate session for this। ਇਹ ਗੱਲ 2-3 ਮਿੰਟ 'ਚ ਜਾਂ 10 ਮਿੰਟ 'ਚ ਨਹੀਂ ਹੋ ਸਕਦੀ। ਤੇ ਜਦੋਂ ਮੈਂ ਇੰਗਲਿਸ਼ ਟਰਾਂਸਲੇਸ਼ਨ ਜਿਹੜੀਆਂ ਐਪਸ ਲੋਕੀ ਯੂਜ਼ ਕਰਦੇ ਆ, ਜੇ ਤੁਹਾਡੇ ਫੋਨ ਦੇ ਉੱਤੇ ਐਪ ਹੈ ਤੁਸੀਂ ਐਪ ਖੋਲ ਕੇ ਦੇਖ ਸਕਦੇ ਹੋ, ਅੰਤ ਨੂੰ ਲਿਖਿਆ ANT। ਹੁਣ ਕਿਹੜਾ ਗੋਰਾ ਹੋਏਗਾ ਜਿਹੜਾ ਐਂਟ ਦੀ ਜਗ੍ਹਾ ਇਹਨੂੰ ਅੰਤ ਪੜੇਗਾ, ਔਰ ਐਂਟ ਦਾ ਮਤਲਬ ਹੁੰਦਾ ਕੀੜੀ। ਸੋ ਅੰਤ ਉਹਨੂੰ ਸਮਝਾਣਾ ਕਿ ਵੀ ਇਹ ਅੰਤ ANT ਐਂਟ ਨਹੀਂ ਹੈਗੀ, ਇਹ ਅੰਤ ਹੈ। ਇਨ ਮਾਈ ਓਪੀਨੀਅਨ ਇਟ ਇਜ਼ ਇੰਪੋਸੀਬਲ। ਇਸ ਤਰ੍ਹਾਂ ਹੀ ਗੁਣ ਲਿਖਿਆ ਜਾਂਦਾ GUN, ਉਹ ਹੋ ਜਾਂਦਾ ਗਨ। ਇਸ ਤਰ੍ਹਾਂ ਹੀ ਸੁਨ ਅਸੀਂ ਲਿਖਦੇ ਹਾਂ, ਉਹ ਹੋ ਜਾਂਦਾ ਸਨ SUN। ਤੇ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਅਸੀਂ ਗੁਰਬਾਣੀ ਨੂੰ ਫੋਰਸ ਫਿਟ ਕੀਤਾ ਹੈ 26 alphabets of English and I didn't like that। ਸੋ ਮੈਂ ਆਪਣੀ ਨੌਕਰੀ ਛੱਡ ਕੇ ਫੁੱਲ ਟਾਈਮ ਇਹ ਕੰਮ ਕਰ ਰਿਹਾ। ਮੈਨੂੰ 5 ਸਾਲ ਹੋ ਗਏ ਇਸ ਦੇ ਉੱਪਰ, ਜ਼ਿਆਦਾ ਵਿਚਾਰ ਬਾਅਦ ਚ ਕਰਾਂਗੇ। But I just want to tell you that I have selected an alphabet for every word and a symbol for every laga matra and it's a legend। ਕੋਈ ਵੀ ਲੈਂਗੁਏਜ ਤੁਹਾਨੂੰ ਸਿੱਖਣੀ ਹੋਏਗੀ, ਤੁਹਾਨੂੰ ਪਹਿਲੇ ਉਹਦੇ ਬਾਰੇ ਫੰਡਾਮੈਂਟਲ ਸਿੱਖਣਾ ਪਏਗਾ। ਸੋ ਮੇਰੀਆਂ ਲਗਾ ਮਾਤਰਾ ਵੀ ਥੋੜੀਆਂ ਸਿੱਖਣੀਆਂ ਪੈਣਗੀਆਂ, ਪਰ ਜਦੋਂ ਤੁਸੀਂ ਸਿੱਖ ਲਓਗੇ ਉਹਨਾਂ ਬਾਰੇ ਤੇ ਤੁਸੀਂ ਇਸ ਅੰਤ ਨੂੰ ਕਦੇ ਵੀ ਐਂਟ ਨਹੀਂ ਬੋਲ ਸਕਦੇ। ਤੁਸੀਂ ਅੰਤ ਭਾਵੇਂ ਨਾ ਬੋਲੋ ਇਮੀਡੀਏਟਲੀ ਜਦ ਤੱਕ ਤੁਸੀਂ ਸਿੱਖਦੇ ਨਹੀਂ ਲੈਜੈਂਡ ਨੂੰ, ਪਰ ਐਂਟ ਬੋਲਣਾ ਇਜ਼ ਇੰਪੋਸੀਬਲ। ਤੋ ਇਸ ਤਰ੍ਹਾਂ ਹੀ ਜੇ ਤੁਸੀਂ ਦੇਖੋ ਨੰਨਾ ਮੁਕਤਾ, ਨੰਨਾ ਮੁਕਤੇ ਵਾਸਤੇ ਅ ਜਿਹੜੀ ਹੈ ਉਹ ਅ ਦੇ ਥੱਲੇ ਏ ਦੇ ਥੱਲੇ ਡਾਟ ਹੈ। ਗੋ ਟੂ ਦਾ 8th ਸਲਾਈਡ ਗੁਰਮੀਤ, 8ਵੀਂ ਸਲਾਈਡ ਤੇ ਚਲੇ ਜਾਓ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਨਾ ਸਿਫਤੀ ਕਹਿਣ ਨਾ, ਠੀਕ ਹੈ ਗੁਰੂ ਜੀ ਸੀਗਾ। ਨੈਕਸਟ ਅੰਤ ਨਾ ਕਰ, ਨੈਕਸਟ ਐਨੀਵੇ ਹੁਣ ਤੁਸੀਂ ਦੇਖੋ ਕਿ ਨੰਨਾ ਮੁਕਤਾ ਵੀ ਆਂਦਾ ਬਾਣੀ ਚ ਔਰ ਨੰਨਾ ਕੰਨੇ ਨਾਲ ਵੀ ਆਂਦਾ। ਜਿੱਥੇ ਮੁਕਤਾ ਹੈ ਉੱਥੇ ਮੈਂ ਏ ਦੇ ਥੱਲੇ ਡਾਟ ਯੂਜ਼ ਕੀਤੀ ਹੈ, ਤੇ ਜਿੱਥੇ ਨੰਨੇ ਨੂੰ ਕੰਨਾ ਲੱਗਦਾ ਹੈ ਉੱਥੇ ਆ ਵਾਸਤੇ ਏ ਦੇ ਉੱਪਰ ਡਾਟ ਯੂਜ਼ ਕੀਤੀ ਹੈ। ਮੈਨੂੰ ਲੱਗਦਾ ਜੇ ਕੋਈ ਹੋਏਗਾ ਇੱਥੇ। And all these things are explained very well in the legend। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸ਼ੁੱਧ ਗੁਰਬਾਣੀ ਪੜ੍ਹਨ ਵਾਸਤੇ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਇਹ ਦੇਖੋ ਇਸ ਸਲਾਈਡ ਦੇ ਉੱਤੇ ਹੀ 1 2 3 4 5 6 7 ਨੰਨੇ ਮੁਕਤੇ ਹੈ। ਜੇ ਇਹਨਾਂ ਸਾਰੇ ਨੰਨੇ ਮੁਕਤਿਆਂ ਨੂੰ ਅਸੀਂ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅਸੀਂ ਨਾ ਪੜ੍ਹਦੇ ਜਾਵਾਂਗੇ ਤੇ ਅਸੀਂ ਗਲਤ ਪ੍ਰੋਨਾਂਸੀਏਸ਼ਨ ਕਰ ਰਹੇ ਹਾਂ। ਇੱਕ ਸਲਾਈਡ ਵਿੱਚ ਹੀ 1 2 3 4 ਤੁਕਾਂ ਦੇ ਵਿੱਚ ਹੀ 7 ਗਲਤੀਆਂ ਹੋ ਗਈਆਂ। ਪੂਰੇ ਜਪਜੀ ਸਾਹਿਬ ਵਿੱਚ ਨੰਨਾ ਮੁਕਤਾ 66 ਵਾਰੀ ਆਇਆ ਤੇ ਨੰਨਾ ਕੰਨੇ ਨਾਲ 6 ਵਾਰੀ ਆਇਆ। ਜੇ ਅਸੀਂ ਇਹਨਾਂ ਦੋਨਾਂ ਦਾ ਫਰਕ ਨਾ ਕੀਤਾ ਤੇ ਅਨਨੋਇੰਗਲੀ
मैं ये नहीं कह रहा विलिंगली बट अननोइंगली 66 गलतियां ते जपजी साहब च इमीडिएटली हो गई पढ़न च। So these are the salient features of doing English transliteration कि तुसी जदों इंग्लिश विच गुरबाणी लिखनी है, you cannot tie all the words in those 26 alphabets of English. It's impossible. जे शुद्ध उच्चारण करना पेगा ते जेड़ी उपराला मैं कीता है, that's the only way. और नाल ओदे नाल फिर गुरबाणी ग्रामर जिस तरह ग्रे वर्ड्स विच तुसी देख रहे हो, some of the symbols are in grey, ये औंकड़ और सिहारी नूं दर्शाते हैं जिथे औंकड़ और सिहारी प्रोनाउंस नहीं होंदी, पर वो बहुत जरूरी है। जे असी दसांगे नहीं तो सानू सिंगुलर मैस्कुलिन नाउन विच और एडवर्ब विच असी किस तरह अंतर दसांगे गोरे नूं। मैं जिहड़ा काम कर रहा मैं गोरे वास्ते कर रहा, मेरा काम मतलब इंडियन वास्ते नहीं है। आई हैव लिव्ड इन यूएस फॉर 26 ईयर्स ते उत्थे मैनूं जदों एक घाट नजर आई कि भी असी गुरबाणी दा की कीता है, किहड़े हिसाब नाल असी गुरबाणी ने इंग्लिश ट्रांसलेशन कर रहे हैं, उस टाइम फिर मेरा महाराज ने कहा भी हुण तूं नौकरी छड़ के यही काम कर। सो आई गेव अप अ जॉब as a project director and I am working full time onto this. तकरीबन मेरा काम हो गया, मैनू साल को होर लगेगा, 1.5 साल before I publish anything, but it's progressing well. बस मैं इन्ना ही कहना सी, बाकी डिटेल गल बाद च करांगे ਇਹਦੇ ਬਾਰੇ। मैं सारे ਨੂੰ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਅਨਮਿਊਟ ਕਰ ਲਓ ਤੇ जनरल एमपी सिंह जी आज बोले नहीं, उन्होंने कहांगा कोई जकारा लगान। जनरल एमपी प्लीज तुसी जकारा लगाओ ताकि योर प्रेजेंस शुड बी फेल्ट एंड सारे नाल फतेह भी होएगी। जनरल साहब बोले सोनिहाल सारे नु फतेह। वाहिगुरु जी का खालसा, वाहिगुरु जी की फतेह।